ਸਤਨਾਮ ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਜਪਜੀ ਸਾਹਿਬ ਦੀ 19 ਪੌੜੀਆਂ ਤੇ ਵਿਚਾਰ ਹੋਈ। 20ਵੀਂ ਪੌੜੀ ਤੋਂ ਵਿਚਾਰ ਆਰੰਭ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇਹ। ਮੂਤ ਪਲੀਤੀ ਕਪੜ ਹੋਈ, ਦੇ ਸਾਬੂਣ ਲਈਐ ਉਹ ਧੋਈ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਣਾ ਲਿਖ ਲੈ ਜਾਹ। ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਓ ਜਾਹੋ। ਗੁਰੂ ਸਾਹਿਬ ਪਿਛਲੀ ਪੌੜੀ ਵਿੱਚ ਸਮਝਾ ਆਏ ਹਨ ਕਿ ਸੰਸਾਰ ਦੀ ਰਚਨਾ ਅਤੇ ਸੰਭਾਲ ਦਾ ਕਾਰਜ ਪਰਮੇਸ਼ਰ ਦਾ ਨਾਮ ਕਰਦਾ ਹੈ। ਇਸ ਪੌੜੀ ਵਿੱਚ ਦੱਸਦੇ ਹਨ ਕਿ ਮਨ ਬੁੱਧੀ ਉੱਤੇ ਚੜ੍ਹੀ ਕਰਮਾਂ ਅਤੇ ਸੰਸਕਾਰਾਂ ਦੀ ਮੈਲ ਉਤਾਰ ਕੇ ਇਹਨਾਂ ਨੂੰ ਨਿਰਮਲ ਬਣਾਉਣ ਦਾ ਕਾਰਜ ਵੀ ਪਰਮੇਸ਼ਰ ਦਾ ਨਾਮ ਕਰਦਾ ਹੈ। ਗੁਰੂ ਸਾਹਿਬ ਇੱਕ ਦ੍ਰਿਸ਼ਟਾਂਤ ਦੁਆਰਾ ਸਮਝਾਉਂਦੇ ਹਨ। ਜੇ ਸਰੀਰ ਜਾਂ ਸਰੀਰ ਦੇ ਅੰਗ ਮਿੱਟੀ ਨਾਲ ਭਰ ਜਾਣ ਤਾਂ ਪਾਣੀ ਨਾਲ ਧੋਤਿਆਂ ਮਿੱਟੀ ਉਤਰ ਜਾਂਦੀ ਹੈ। ਜੇ ਕੱਪੜਾ ਮਲ ਮੂਤਰ ਕਾਰਨ ਗੰਦਾ ਹੋ ਜਾਵੇ ਤਾਂ ਉਸ ਨੂੰ ਸਾਬਣ ਲਾ ਕੇ ਧੋ ਲਿਆ ਹੈ। ਇਸੇ ਤਰ੍ਹਾਂ ਜੇ ਬੁੱਧੀ ਪਾਪਾਂ ਨਾਲ ਭਰ ਜਾਵੇ ਤਾਂ ਇਹ ਨਾਮ ਦੀ ਕਮਾਈ ਨਾਲ ਧੋਤੀ ਜਾਂਦੀ ਹੈ। ਸੰਸਾਰ ਵਿੱਚ ਜੋ ਪੁੰਨਿਆਂ ਅਤੇ ਪਾਪੀਆਂ ਦੀ ਵੰਡ ਕੀਤੀ ਜਾਂਦੀ ਹੈ, ਉਹ ਨਿਰੀ ਕਹਿਣ ਸੁਣਨ ਦੀ ਗੱਲ ਨਹੀਂ ਹੈ। ਸੱਚਮੁੱਚ ਹੀ ਕੁਝ ਲੋਕ ਪੁੰਨੀ ਹੁੰਦੇ ਹਨ ਅਤੇ ਕੁਝ ਪਾਪੀ। ਉਹ ਖੁਦ ਕੀਤੇ ਹੋਏ ਕਰਮਾਂ ਦੇ ਕਾਰਨ ਪੁੰਨੀ ਅਤੇ ਪਾਪੀ ਬਣਦੇ ਹਨ। ਹੇ ਜੀਵ, ਤੂੰ ਜਿਹੋ ਜਿਹੇ ਕਰਮ ਕਰਦਾ ਹੈ, ਤੂੰ ਨਾਲ ਲਿਖ ਕੇ ਲੈ ਜਾਣਾ ਹੈ। ਕੀਤੇ ਹੋਏ ਕਰਮਾਂ ਦੇ ਸੰਸਕਾਰ ਤੇਰੇ ਅੰਦਰ ਚਿਤਰੇ ਜਾਂਦੇ ਹਨ। ਤੂੰ ਕਰਮਾਂ ਦੇ ਜੋ ਬੀਜ ਬੀਜਦਾ ਹੈ, ਉਹਨਾਂ ਦਾ ਫਲ ਵੀ ਤੂੰ ਆਪ ਹੀ ਖਾਵੇਂਗਾ ਅਤੇ ਪ੍ਰਭੂ ਦੇ ਹੁਕਮ ਅਨੁਸਾਰ ਤੂੰ ਕੀਤੇ ਹੋਏ ਕਰਮਾਂ ਨੂੰ ਭੋਗਣ ਲਈ ਸੰਸਾਰ ਵਿੱਚ ਆਉਂਦਾ ਜਾਂਦਾ ਰਹੇਗਾ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇਹ। ਸ਼ਬਦਾਰਥ ਉਤਰਸ ਯਾਨੀ ਉਤਰ ਜਾਂਦੀ ਹੈ, ਖੇਹ ਯਾਨੀ ਮਿੱਟੀ ਧੂੜ ਮੈਲ। ਤਾਤਪਰਯ ਇਹ ਹੈ, ਜੇ ਹੱਥ ਪੈਰ ਜਾਂ ਸਰੀਰ ਲਿਬੜ ਜਾਏ ਤਾਂ ਪਾਣੀ ਨਾਲ ਧੋਤਿਆਂ ਮੈਲ ਉਤਰ ਜਾਂਦੀ ਹੈ। ਮੂਤ ਪਲੀਤੀ ਕਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਸ਼ਬਦਾਰਥ ਮੂਤ ਪਲੀਤੀ ਯਾਨੀ ਮੂਤਰ ਨਾਲ ਪਲੀਤ, ਦੇ ਸਾਬੁਣ ਯਾਨੀ ਸਾਬਣ ਲਾ ਕੇ। ਤਾਤਪਰਯ ਇਹ ਹੈ, ਜੇ ਕੋਈ ਕੱਪੜਾ ਮੂਤਰ ਨਾਲ ਗੰਦਾ ਹੋ ਜਾਏ ਤਾਂ ਸਾਬਣ ਲਾ ਕੇ ਉਸ ਨੂੰ ਧੋ ਲਈਦਾ ਹੈ।
ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ। ਸ਼ਬਦਾਰਥ ਮਤ ਯਾਨੀ ਬੁੱਧ, ਉਹ ਯਾਨੀ ਪਾਪ, ਧੋਪੈ ਯਾਨੀ ਧੋਇਆ ਜਾ ਸਕਦਾ ਹੈ, ਨਾਵੈ ਕੈ ਰੰਗ ਯਾਨੀ ਅਕਾਲ ਪੁਰਖ ਦੇ ਨਾਮ ਦੇ ਪ੍ਰੇਮ ਨਾਲ। ਤਾਤਪਰਯ ਇਹ ਹੈ, ਮਨੁੱਖ ਦੀ ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿੱਚ ਪਿਆਰ ਪਾਉਣ ਨਾਲ ਹੀ ਧੋਤਿਆ ਜਾ ਸਕਦਾ ਹੈ। ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਣਾ ਲਿਖ ਲੈ ਜਾਹ। ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਓ ਜਾਹ। ਸ਼ਬਦਾਰਥ ਆਖਣ ਯਾਨੀ ਨਾਮ ਬਚਨ, ਕਰ ਕਰ ਕਰਨਾ ਯਾਨੀ ਜਿਹੋ ਜਿਹੇ ਕਰਮ ਕਰੇਗਾ, ਲਿਖ ਯਾਨੀ ਤੇਹੋ ਜਿਹੇ ਸੰਸਕਾਰ ਆਪਣੇ ਮਨ ਵਿੱਚ ਉਕਰ ਕੇ, ਹੁਕਮੀ ਯਾਨੀ ਅਕਾਲ ਪੁਰਖ ਦੇ ਹੁਕਮ ਵਿੱਚ, ਆਹੋ ਜਾਹੋ ਯਾਨੀ ਜਨਮ ਮਰਨ ਵਿੱਚ ਪਿਆ ਰਹੇਗਾ। ਤਾਤਪਰਯ ਇਹ ਹੈ, ਹੇ ਨਾਨਕ, ਪੁੰਨੀ ਜਾਂ ਪਾਪੀ ਨਿਰਾ ਨਾਮ ਹੀ ਨਹੀਂ ਹੈ, ਭਾਉ ਨਿਰਾ ਕਹਿਣ ਮਾਤਰ ਨਹੀਂ ਹੈ। ਸੱਚਮੁੱਚ ਹੀ ਤੂੰ ਜਿਹੋ ਜਿਹੇ ਕਰਮ ਕਰੇਗਾ, ਤੇਹੋ ਜਿਹੇ ਸੰਸਕਾਰ ਆਪਣੇ ਅੰਦਰ ਉਕਰ ਕੇ ਨਾਲ ਲੈ ਜਾਏਗਾ। ਜੋ ਕੁਝ ਤੂੰ ਆਪ ਬੀਜੇਗਾ, ਉਸ ਦਾ ਫਲ ਆਪ ਹੀ ਖਾਏਗਾ। ਆਪਣੇ ਬੀਜੇ ਅਨੁਸਾਰ ਅਕਾਲ ਪੁਰਖ ਦੇ ਹੁਕਮ ਵਿੱਚ ਜਨਮ ਮਰਨ ਦੇ ਗੇੜ ਅੰਦਰ ਪਿਆ ਰਹੇਗਾ। ਭਾਉ ਮਾਇਆ ਦੇ ਪਦਾਰਥ ਯਾਨੀ ਇਹਦੇ ਪ੍ਰਭਾਵ ਦੇ ਕਾਰਨ ਮਨੁੱਖ ਵਿਕਾਰਾਂ ਵਿੱਚ ਪੈ ਜਾਂਦਾ ਹੈ ਤੇ ਇਸ ਦੀ ਮਤ ਮੈਲੀ ਹੋ ਜਾਂਦੀ ਹੈ। ਇਹ ਮੈਲ ਇਸ ਨੂੰ ਸੁੱਧ ਸਰੂਪ ਪਰਮਾਤਮਾ ਤੋਂ ਵਿਛੋੜ ਰੱਖਦੀ ਹੈ ਤੇ ਜੀਵ ਦੁਖੀ ਰਹਿੰਦਾ ਹੈ। ਨਾਮ ਸਿਮਰਨ ਹੀ ਇੱਕੋ ਇੱਕ ਵਸੀਲਾ ਹੈ ਜਿਸ ਨਾਲ ਇਹ ਮੈਲ ਧੁੱਪ ਸਕਦੀ ਹੈ। ਸੋ ਸਿਮਰਨ ਤਾਂ ਵਿਕਾਰਾਂ ਦੀ ਮੈਲ ਧੋ ਕੇ ਮਨ ਨੂੰ ਪ੍ਰਭੂ ਨਾਲ ਮਿਲਣ ਵਾਸਤੇ ਹੈ। ਪ੍ਰਭੂ ਤੇ ਉਸ ਦੀ ਰਚਨਾ ਦਾ ਅੰਤ ਪਾਉਣ ਲਈ ਜੀਵ ਨੂੰ ਸਮਰੱਥ ਨਹੀਂ ਬਣਾ ਸਕਦਾ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸੁਨਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਈ, ਵਿਣ ਗੁਣ ਕੀਤੇ ਭਗਤ ਨਾ ਹੋਈ। ਸੁਅਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਉ। ਕੌਣ ਸੋ ਵੇਲਾ ਵਕਤ ਕੌਣ, ਕੌਣ ਥਿਤ ਕੌਣ ਵਾਰ। ਕੌਣ ਸੇ ਰੁਤੀ ਮਹਾ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਹਾ ਨਾ ਕੋਈ। ਜਾ ਕਰਤਾ ਸਿਰ ਠੀਕੋ ਸਾਜੀ, ਆਪੇ ਜਾਣੈ ਸੋਈ। ਕਿਉ ਕਰ ਆਖਾ ਕਿਉ ਸਲਾਹੀ, ਕਿਉ ਵਰਣੀ ਕਿਉ ਜਾਣਾ।
ਨਾਨਕ ਆਖਣ ਸਭ ਕੋ ਆਖੈ, ਇਕ ਧੂ ਇਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। ਸ਼ਬਦਾਰਥ। ਦਤ ਦਾਨ ਯਾਨੀ ਦਾਨ ਦੇਣਾ। ਤਿਲ ਯਾਨੀ ਤਿਲ ਸਮਾਨ। ਅੰਤਰਗਤ ਯਾਨੀ ਆਪਣੇ ਅੰਦਰ, ਹਿਰਦੇ ਵਿੱਚ। ਸੁਵਸਤ ਯਾਨੀ ਨਮਸਕਾਰ। ਆਖ ਯਾਨੀ ਮਾਇਆ। ਬਰਮਾਓ ਯਾਨੀ ਬ੍ਰਹਮਾ। ਸੁਹਾਣ ਯਾਨੀ ਸੁੰਦਰ। ਸਦਾ ਚਾਓ ਯਾਨੀ ਸਦਾ ਪ੍ਰਸੰਨ ਰਹਿਣ ਵਾਲਾ, ਆਨੰਦ ਰੂਪ। ਵੇਲਾ ਯਾਨੀ ਸਮਾਂ, ਵਕਤ। ਪੰਡਤੀ ਯਾਨੀ ਪੰਡਤਾਂ ਨੂੰ। ਪੁਰਾਣ ਯਾਨੀ ਧਰਮ ਪੁਸਤਕਾਂ। ਕਾਦੀਆ ਯਾਨੀ ਕਾਜ਼ੀਆਂ ਨੂੰ। ਕੁਰਾਨ ਯਾਨੀ ਮੁਸਲਮਾਨਾਂ ਦਾ ਧਰਮ ਗ੍ਰੰਥ। ਸਿਰਠੀ ਯਾਨੀ ਸ੍ਰਿਸ਼ਟੀ। ਕਿਉਂ ਵਰਣੀ ਯਾਨੀ ਕਿਸ ਤਰ੍ਹਾਂ ਵਰਣਨ ਕਰਾਂ। ਨਾਈ ਯਾਨੀ ਉਪਮਾ, ਮਹਿਮਾ। ਨਾ ਸੋਹੈ ਯਾਨੀ ਸੋਭਾ ਨਹੀਂ ਪਾਉਂਦਾ। 20ਵੀਂ ਪੌੜੀ ਵਿੱਚ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਹੈ ਕਿ ਮਨ ਦੀਆਂ ਮੈਲਾਂ ਨਾਮ ਰੂਪੀ ਅੰਮ੍ਰਿਤ ਨਾਲ ਉਤਰਦੀਆਂ ਹਨ। 21ਵੀਂ ਪੌੜੀ ਵਿੱਚ ਵੀ ਸਮਝਾਉਂਦੇ ਹਨ ਕਿ ਮਨ ਦੀਆਂ ਨਿਰਮਲਤਾ ਨਾਮ ਦੁਆਰਾ ਹੀ ਸੰਭਵ ਹੈ। ਆਪ ਇਸ ਪੌੜੀ ਵਿੱਚ ਰਚਨਾ ਦੀ ਉਤਪਤੀ ਬਾਰੇ ਵੀ ਚਰਚਾ ਕਰਦੇ ਹਨ। ਤੀਰਥ ਯਾਤਰਾ, ਤਪ ਸਾਧਨਾ, ਦਇਆ ਕਰਨ ਅਤੇ ਦਾਨ ਦੇਣ ਨਾਲ ਤਿਲ ਮਾਤਰ ਮਾਣ ਪ੍ਰਾਪਤ ਹੋ ਸਕਦਾ ਹੈ। ਨਾਮ ਦੇ ਸੁਣਨ, ਮੰਨਣ ਅਤੇ ਪ੍ਰੇਮ ਦੁਆਰਾ ਆਪਣੇ ਅੰਦਰ ਉਸ ਤੀਰਥ ਉੱਤੇ ਪਹੁੰਚ ਜਾਈਦਾ ਹੈ ਜਿਸ ਵਿੱਚ ਇਸ਼ਨਾਨ ਕਰਨ ਨਾਲ ਮਨ ਦੀਆਂ ਮੈਲਾਂ ਉਤਰ ਜਾਂਦੀਆਂ ਹਨ ਅਤੇ ਪੂਰਨ ਨਿਮਰਤਾ ਪ੍ਰਾਪਤ ਹੋ ਜਾਂਦੀ ਹੈ। ਹੇ ਪ੍ਰਭੂ, ਤੂੰ ਸਭ ਗੁਣਾਂ ਦਾ ਖਜ਼ਾਨਾ ਹੈ। ਮੇਰੇ ਵਿੱਚ ਕੋਈ ਗੁਣ ਨਹੀਂ। ਜਦ ਤੱਕ ਮੇਰੇ ਵਿੱਚ ਗੁਣ ਪੈਦਾ ਨਹੀਂ ਹੁੰਦੇ, ਮੈਨੂੰ ਤੇਰੀ ਭਗਤੀ ਹਾਸਲ ਨਹੀਂ ਹੋ ਸਕਦੀ। ਹੇ ਪ੍ਰਭੂ, ਤੈਨੂੰ ਨਮਸਕਾਰ ਹੈ। ਹੇ ਪ੍ਰਭੂ, ਤੂੰ ਹੀ ਮਾਇਆ ਹੈ। ਤੂੰ ਬਾਣੀ ਰੂਪ ਹੈ ਅਤੇ ਤੂੰ ਹੀ ਬ੍ਰਹਮਾ ਹੈ। ਹੇ ਪ੍ਰਭੂ, ਤੂੰ ਸਤ ਹੈ। ਤੂੰ ਸੁੰਦਰ ਹੈ। ਤੂੰ ਆਨੰਦ ਰੂਪ ਹੈ। ਤੇਰੇ ਅੰਦਰ ਸਦਾ ਖੇੜਾ, ਚਾਅ ਜਾਂ ਆਨੰਦ ਭਰਿਆ ਰਹਿੰਦਾ ਹੈ। ਉਹ ਕਿਹੜਾ ਵੇਲਾ, ਕਿਹੜਾ ਵਰਨ, ਉਹ ਕਿਹੜੀ ਤਿਥੀ ਜਾਂ ਤਰੀਕ ਸੀ ਅਤੇ ਕਿਹੜਾ ਵਾਰ ਸੀ। ਉਹ ਕਿਹੜੀ ਰੁੱਤ ਅਤੇ ਕਿਹੜਾ ਮਹੀਨਾ ਸੀ ਜਿਸ ਵੇਲੇ ਰਚਨਾ ਦਾ ਆਕਾਰ ਹੋਂਦ ਵਿੱਚ ਆਇਆ। ਪੰਡਤਾਂ ਨੂੰ ਸ੍ਰਿਸ਼ਟੀ ਦੇ ਆਕਾਰ ਧਾਰਨ ਦੇ ਵਕਤ ਬਾਰੇ ਕੁਝ ਪਤਾ ਨਹੀਂ। ਉਹਨਾਂ ਨੂੰ ਤਾਂ ਹੀ ਪਤਾ ਹੁੰਦਾ ਜੇ ਕਿਸੇ ਪੁਰਾਣ ਵਿੱਚ ਇਹ ਵਕਤ ਲਿਖਿਆ ਹੁੰਦਾ। ਕਾਜ਼ੀਆਂ ਨੂੰ ਵੀ ਇਸ ਬਾਰੇ ਇਲਮ ਨਹੀਂ, ਕਿਉਂਕਿ ਜੇ ਕੁਰਾਨ ਸ਼ਰੀਫ ਵਿੱਚ ਲਿਖਿਆ ਹੁੰਦਾ
ਤਾਂ ਹੀ ਉਹਨਾਂ ਨੂੰ ਪਤਾ ਹੁੰਦਾ। ਉਸ ਕਰਤਾ ਦੁਆਰਾ ਸ੍ਰਿਸ਼ਟੀ ਸਿਰਜੇ ਜਾਣ ਦੀ ਮਿਤੀ, ਵਾਰ, ਰੁੱਤ ਅਤੇ ਮਹੀਨੇ ਬਾਰੇ ਜੋਗੀਆਂ ਨੂੰ ਵੀ ਕੁਝ ਪਤਾ ਨਹੀਂ। ਇਸ ਬਾਰੇ ਸਿਰਫ ਉਹ ਕਰਤਾ ਜਾਣਦਾ ਹੈ ਜਿਸ ਨੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ। ਮੈਂ ਉਸ ਕਰਤਾ ਬਾਰੇ ਕਿਵੇਂ ਕੁਝ ਆਖ ਸਕਦਾ ਹਾਂ? ਮੈਂ ਉਸ ਦੀ ਸਿਫਤ ਸਲਾਹ ਕਿਵੇਂ ਕਰ ਸਕਦਾ ਹਾਂ? ਮੈਂ ਉਹਦਾ ਵਰਣਨ ਕਿਵੇਂ ਕਰ ਸਕਦਾ ਹਾਂ? ਅਤੇ ਮੈਂ ਉਸ ਨੂੰ ਕਿਵੇਂ ਜਾਣ ਸਕਦਾ ਹਾਂ? ਕਹਿਣ ਨੂੰ ਤਾਂ ਸਾਰੇ ਹੀ ਬਹੁਤ ਕੁਝ ਕਹੀ ਜਾਂਦੇ ਹਨ ਅਤੇ ਹਰ ਕੋਈ ਇੱਕ ਦੂਜੇ ਤੋਂ ਸਿਆਣਾ ਬਣ ਕੇ ਦਿਖਾਉਂਦਾ ਹੈ, ਪਰ ਸੱਚੀ ਗੱਲ ਇਹ ਹੈ ਕਿ ਉਹ ਸਾਹਿਬ ਜਿਸ ਦਾ ਕੀਤਾ ਸਭ ਕੁਝ ਹੋ ਰਿਹਾ ਹੈ, ਉਹ ਵੱਡੇ ਤੋਂ ਵੱਡਾ ਹੋ ਕੇ ਉਸ ਦੀ ਵਡਿਆਈ ਵੀ ਬਹੁਤ ਵੱਡੀ ਹੈ। ਜੇ ਕੋਈ ਆਪਣੇ ਆਪ ਨੂੰ ਵੱਡਾ ਜਾਂ ਜਾਣਨ ਵਾਲਾ ਸਮਝਦਾ ਹੈ ਤਾਂ ਉਹ ਅੱਗੇ ਜਾ ਕੇ ਸੋਭਾ ਨਹੀਂ ਪਾਉਂਦਾ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਤਾਤਪਰਯ ਇਹ ਹੈ, ਤੀਰਥ ਯਾਤਰਾ, ਤਪਾਂ ਦੀ ਸਾਧਨਾ, ਜੀਆਂ ਤੇ ਦਇਆ ਕਰਨੀ, ਦਿੱਤਾ ਹੋਇਆ ਦਾਨ, ਇਹਨਾਂ ਕਰਮਾਂ ਦੇ ਬਦਲੇ ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਵੀ ਜਾਏ ਤਾਂ ਰੱਤਾ ਮਾਤਰ ਹੀ ਮਿਲਦੀ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਤਾਤਪਰਯ ਇਹ ਹੈ, ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜੀ ਹੈ, ਜਿਸ ਦਾ ਮਨ ਨਾਮ ਵਿੱਚ ਪਤੀਜ ਗਿਆ ਹੈ, ਜਿਸ ਨੇ ਆਪਣੇ ਮਨ ਵਿੱਚ ਅਕਾਲ ਪੁਰਖ ਦਾ ਪਿਆਰ ਜਮਾਇਆ ਹੈ, ਉਸ ਮਨੁੱਖ ਨੇ ਮਾਨੋ ਆਪਣੇ ਅੰਦਰਲੇ ਤੀਰਥ ਉੱਪਰ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ। ਭਾਵ ਉਸ ਮਨੁੱਖ ਨੇ ਆਪਣੇ ਅੰਦਰ ਵਸ ਰਹੇ ਅਕਾਲ ਪੁਰਖ ਵਿੱਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾ ਲਈ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਤਾਤਪਰਯ ਇਹ ਹੈ, ਹੇ ਅਕਾਲ ਪੁਰਖ, ਜੇ ਤੂੰ ਆਪ ਆਪਣੇ ਗੁਣ ਮੇਰੇ ਵਿੱਚ ਪੈਦਾ ਨਾ ਕਰੀਂ, ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ। ਮੇਰੀ ਕੋਈ ਪਾਇਆ ਨਹੀਂ ਕਿ ਤੇਰੇ ਗੁਣ ਗਾ ਸਕਾਂ, ਇਹ ਸਭ ਤੇਰੀਆਂ ਹੀ ਵਡਿਆਈਆਂ ਹਨ। ਹੇ ਨਿਰੰਕਾਰ, ਤੇਰੀ ਸਦਾ ਜੈ ਹੋਵੇ। ਤੂੰ ਆਪ ਹੀ ਮਾਇਆ ਹੈ, ਤੂੰ ਆਪ ਹੀ ਬਾਣੀ ਹੈ, ਤੂੰ ਆਪ ਹੀ ਬ੍ਰਹਮਾ ਹੈ। ਭਾਉ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਮਾਇਆ, ਬਾਣੀ ਜਾਂ ਬ੍ਰਹਮਾ ਤੈਥੋਂ ਵੱਖਰੀ ਹਸਤੀ ਵਾਲੇ ਨਹੀਂ ਹਨ। ਜੋ ਲੋਕਾਂ ਨੇ ਮਨ ਰੱਖੇ ਹਨ, ਤੂੰ ਸਦਾ ਸਥਿਰ ਹੈ, ਸੋਹਣਾ ਹੈ, ਤੇਰੇ ਮਨ ਵਿੱਚ ਸਦਾ ਖਿੜਾਓ ਹੈ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਹਾ ਕਵਣ, ਜਿਤ ਹੋਆ ਆਕਾਰ। ਤਾਤਪਰਯ ਇਹ ਹੈ, ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀ, ਕਿਹੜੀ ਉਹ ਰੁੱਤ ਸੀ ਅਤੇ ਕਿਹੜਾ ਉਹ ਮਹੀਨਾ ਸੀ ਜਦੋਂ ਇਹ ਸੰਸਾਰ ਬਣਿਆ ਸੀ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ,
ਵਕਤ ਨਾ ਪਾਇਓ ਕਾ ਦਿਆ, ਜੇ ਲਿਖਣ ਲੇਖ ਕੁਰਾਨ। ਤਾਤਪਰਯ ਇਹ ਹੈ, ਕਦੋਂ ਇਹ ਸੰਸਾਰ ਬਣਿਆ ਉਸ ਸਮੇਂ ਦਾ ਪੰਡਤਾਂ ਨੂੰ ਵੀ ਪਤਾ ਨਾ ਲੱਗਾ, ਨਹੀਂ ਤਾਂ ਇਸ ਮਜ਼ਮੂਨ ਉੱਤੇ ਵੀ ਇੱਕ ਪੁਰਾਣ ਲਿਖਿਆ ਹੁੰਦਾ। ਉਸ ਸਮੇਂ ਦੀ ਕਾਜ਼ੀਆਂ ਨੂੰ ਖਬਰ ਨਾ ਲੱਗ ਸਕੀ, ਨਹੀਂ ਤਾਂ ਉਹ ਲੇਖਾ ਲਿਖ ਦਿੰਦੇ। ਜਿਵੇਂ ਉਹਨਾਂ ਆਇਤਾਂ ਇਕੱਠੀਆਂ ਕਰਕੇ ਕੁਰਾਨ ਲਿਖਿਆ ਸੀ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੀ, ਆਪੇ ਜਾਣੈ ਸੋਈ। ਤਾਤਪਰਯ ਇਹ ਹੈ, ਜਦੋਂ ਜਗਤ ਬਣਿਆ ਸੀ ਉਦੋਂ ਕਿਹੜੀ ਥਿਤ ਸੀ, ਕਿਹੜਾ ਵਾਰ ਸੀ, ਇਹ ਗੱਲ ਜੋਗੀ ਵੀ ਨਹੀਂ ਜਾਣਦਾ। ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਤਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ। ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ ਕਿ ਜਗਤ ਕਦੋਂ ਰਚਿਆ ਗਿਆ ਸੀ। ਕਿਉ ਕਰ ਆਖਾਂ ਕਿਉ ਸਲਾਹੀ, ਕਿਉਂ ਵਰਣੀ ਕਿਉ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਤਾਤਪਰਯ ਇਹ ਹੈ, ਮੈਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤ ਸਲਾਹ ਕਰਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ। ਹੇ ਨਾਨਕ, ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ ਅਕਾਲ ਪੁਰਖ ਦੀ ਵਡਿਆਈ ਦੱਸਣ ਦਾ ਯਤਨ ਕਰਦਾ ਹੈ, ਪਰ ਦੱਸ ਨਹੀਂ ਸਕਦਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗੇਹਾ ਨਾ ਸੋ ਹੈ। ਤਾਤਪਰਯ ਇਹ ਹੈ, ਅਕਾਲ ਪੁਰਖ ਸਭ ਤੋਂ ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ। ਜੋ ਕੁਝ ਜਗਤ ਵਿੱਚ ਹੋ ਰਿਹਾ ਹੈ ਉਸ ਦਾ ਕੀਤਾ ਹੋ ਰਿਹਾ ਹੈ। ਹੇ ਨਾਨਕ, ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ ਪ੍ਰਭੂ ਦੀ ਵਡਿਆਈ ਦਾ ਅੰਤ ਪਾਉਣ ਦਾ ਯਤਨ ਕਰੇ, ਉਹ ਅਕਾਲ ਪੁਰਖ ਦੇ ਦਰ ਤੇ ਜਾ ਕੇ ਆਦਰ ਨਹੀਂ ਪਾਉਂਦਾ। ਭਾਉ, ਜਿਸ ਮਨੁੱਖ ਦੇ ਨਾਮ ਵਿੱਚ ਚਿੱਤ ਨਹੀਂ ਜੋੜਿਆ ਹੈ, ਜਿਸ ਨੂੰ ਸਿਮਰਨ ਦੀ ਲਗਨ ਲੱਗ ਗਈ ਹੈ, ਜਿਸ ਦੇ ਮਨ ਵਿੱਚ ਪ੍ਰਭੂ ਪਿਆਰ ਉਪਜਿਆ ਹੈ, ਜਿਸ ਦੀ ਆਤਮਾ ਸੁੱਧ ਪਵਿੱਤਰ ਹੋ ਜਾਂਦੀ ਹੈ, ਪਰ ਇਹ ਭਗਤੀ ਉਸ ਦੀ ਮਿਹਰ ਨਾਲ ਹੀ ਮਿਲਦੀ ਹੈ। ਬੰਦਗੀ ਦਾ ਇਹ ਸਿੱਟਾ ਨਹੀਂ ਹੋ ਸਕਦਾ ਕਿ ਮਨੁੱਖ ਇਹ ਦੱਸ ਸਕੇ ਕਿ ਜਗਤ ਕਦੋਂ ਬਣਿਆ। ਨਾ ਪੰਡਤ, ਨਾ ਕਾਜੀ, ਨਾ ਜੋਗੀ, ਕੋਈ ਵੀ ਇਹ ਭੇਦ ਨਹੀਂ ਪਾ ਸਕਦਾ। ਪਰਮਾਤਮਾ ਬੇਅੰਤ ਵੱਡਾ ਹੈ, ਉਸ ਦੀ ਵਡਿਆਈ ਵੀ ਬੇਅੰਤ ਹੈ, ਉਸ ਦੀ ਰਚਨਾ ਵੀ ਬੇਅੰਤ ਹੈ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ। ਗੁਰਬਾਣੀ ਨਾਲ ਜੁੜੋ, ਗੁਰੂ ਦੀ ਉਪਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।